ਦੋਸਤੋ, ਤੁਹਾਡਾ ਸਭ ਦਾ ਸਵਾਗਤ ਹੈ ਰੂਹਮ ਅਕੈਡਮੀ ਫॉर ਪੰਜਾਬੀ YouTube ਚੈਨਲ ਉੱਪਰ। ਇਸ ਚੈਨਲ 'ਤੇ ਆਪਾਂ ਪੰਜਾਬੀ UGC ਨੈੱਟ ਸੰਬੰਧੀ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਕਿ ਮੇਰਾ ਨਾਮ ਰਵਿੰਦਰ ਕੁਮਾਰ ਬਾਂਸਲ ਹੈ ਅਤੇ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਅੰਦਰ ਰਿਸਰਚ ਸਕਾਲਰ ਹਾਂ। ਦੋਸਤੋ, ਇਸ ਤੋਂ ਪਿਛਲੇ ਲੈਕਚਰ ਦੇ ਵਿੱਚ ਆਪਾਂ ਪੰਜਾਬੀ UGC ਨੈੱਟ ਦਸੰਬਰ 2019 ਦੇ 20 ਪ੍ਰਸ਼ਨ ਹੱਲ ਕੀਤੇ ਸੀ। ਹੁਣ ਇਸ ਲੈਕਚਰ ਦੇ ਵਿੱਚ ਆਪਾਂ ਅਗਲੇ ਪ੍ਰਸ਼ਨ ਹੱਲ ਕਰਾਂਗੇ। ਜੇਕਰ ਤੁਸੀਂ ਇਸ ਤੋਂ ਪਹਿਲਾਂ ਵਾਲਾ ਲੈਕਚਰ ਨਹੀਂ ਸੁਣਿਆ ਤਾਂ ਉਹਦਾ ਲਿੰਕ ਵੀ ਹੇਠਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਤਾਂ ਤੁਸੀਂ ਉੱਥੇ ਜਾ ਕੇ ਉਹ ਲੈਕਚਰ ਵੀ ਸੁਣ ਸਕਦੇ ਹੋ। ਦੋਸਤੋ, ਇਹ ਪ੍ਰਸ਼ਨ ਪੰਜਾਬੀ ਜੰਗਨਾਮਾ ਸਾਹਿਤ ਨਾਲ ਸੰਬੰਧਿਤ ਹੈ। ਇਸ ਵਿੱਚ ਪੰਜਾਬੀ ਜੰਗਨਾਮਾ ਲੇਖਕਾਂ ਬਾਰੇ ਪੁੱਛਿਆ ਗਿਆ ਹੈ। ਦੋਸਤੋ, ਜੰਗਨਾਮਾ ਅਤੇ ਵਾਰ ਵੀਰ ਰਸੀ ਸਾਹਿਤ ਦੇ ਅੰਗ ਹਨ। ਜੰਗਨਾਮੇ ਅੰਦਰ ਨਾਇਕ ਦੀ ਵੀਰਤਾ ਦਾ ਜ਼ਿਕਰ ਕੀਤਾ ਜਾਂਦਾ ਹੈ। ਉਸ ਦੀ ਅਸਧਾਰਨ ਬਹਾਦਰੀ ਨੂੰ ਪੇਸ਼ ਕੀਤਾ ਜਾਂਦਾ ਹੈ, ਜੋ ਆਖਰ ਵਿੱਚ ਦੁਸ਼ਮਣ ਨਾਲ ਲੜਦਾ ਹੋਇਆ ਸੂਰਮਗਤੀ ਨੂੰ ਪ੍ਰਾਪਤ ਹੋ ਜਾਂਦਾ ਹੈ, ਭਾਵ ਉਸ ਦੀ ਮੌਤ ਹੋ ਜਾਂਦੀ ਹੈ। ਪੰਜਾਬੀ ਅੰਦਰ ਸ਼ਾਹ ਮੁਹੰਮਦ, ਮੁਕਬਲ, ਖਜ਼ਾਨ ਸਿੰਘ ਅਤੇ ਮਟਕ ਆਦਿ ਪ੍ਰਸਿੱਧ ਕਵੀ ਹਨ, ਜਿਨ੍ਹਾਂ ਨੇ ਜੰਗਨਾਮੇ ਲਿਖੇ। ਇਸ ਪ੍ਰਕਾਰ A ਅਤੇ C ਨੂੰ ਦਰਸਾਉਂਦਾ ਆਪਸ਼ਨ 3 ਹੀ ਸਾਡਾ ਸਹੀ ਉੱਤਰ ਹੈ। ਦੋਸਤੋ, ਇਹ ਪ੍ਰਸ਼ਨ ਅਨੁਵਾਦ ਨਾਲ ਸੰਬੰਧਿਤ ਹੈ। ਅਨੁਵਾਦ ਤੋਂ ਭਾਵ ਹੈ ਕਿਸੇ ਭਾਸ਼ਾ ਦੀ ਰਚਨਾ ਨੂੰ ਕਿਸੇ ਹੋਰ ਭਾਸ਼ਾ ਅੰਦਰ ਹੂ-ਬ-ਹੂ ਨਕਲ ਕਰਨਾ, ਭਾਵ ਉਸ ਦਾ ਉਤਾਰਾ ਕਰਨਾ। ਪ੍ਰਸਿੱਧ ਪੱਛਮੀ ਚਿੰਤਕ ਰੋਮਨ ਜੈਕਬਸਨ ਨੇ ਅਨੁਵਾਦ ਵਿਧਾ ਉੱਪਰ ਕਾਫੀ ਚਰਚਾ ਕੀਤੀ ਹੈ। ਉਸ ਅਨੁਸਾਰ ਅਨੁਵਾਦ ਦੇ ਕਈ ਭਾਗ ਹਨ, ਜਿਨ੍ਹਾਂ ਵਿੱਚ ਅਣੂ-ਭਾਸ਼ਾਈ, ਅੰਤਰ-ਭਾਸ਼ਾਈ ਅਤੇ ਅੰਤਰ-ਅਰਥੀ ਅਨੁਵਾਦ ਆਦਿ ਪ੍ਰਮੁੱਖ ਹਨ। ਇਸ ਪ੍ਰਕਾਰ ਇਹਨਾਂ ਨੂੰ ਦਰਸਾਉਂਦਾ ਆਪਸ਼ਨ 4 ਹੀ ਸਾਡਾ ਸਹੀ ਉੱਤਰ ਹੈ। ਦੋਸਤੋ, ਇਸ ਪ੍ਰਸ਼ਨ ਅੰਦਰ ਕਥਨ ਲਿਖ ਕੇ ਉਸਦੇ ਰਚਨਾਕਾਰ ਦਾ ਨਾਮ ਪੁੱਛਿਆ ਗਿਆ ਹੈ। ਇਹ ਪ੍ਰਸ਼ਨ ਕਾਫੀ ਕਠਿਨ ਹੁੰਦੇ ਹਨ, ਕਿਉਂਕਿ ਸਿਰਫ ਇੱਕ ਲਾਈਨ ਦੇਖ ਕੇ ਉਸਦੇ ਰਚਨਾਕਾਰ ਬਾਰੇ ਦੱਸਣਾ ਕਾਫੀ ਮੁਸ਼ਕਲ ਕੰਮ ਹੈ, ਕਿਉਂਕਿ ਕੀ ਪਤਾ ਇਹ ਲਾਈਨ ਕਿਸ ਸਾਹਿਤਕਾਰ ਨੇ ਆਪਣੀ ਕਿਸ ਰਚਨਾ ਵਿੱਚ ਲਿਖੀ ਹੋਵੇ। ਇਹ ਕੰਮ ਹੋਰ ਵੀ ਔਖਾ ਹੋ ਜਾਂਦਾ ਹੈ ਜਦੋਂ ਆਪਸ਼ਨ ਵਿਚਲੇ ਸਾਹਿਤਕਾਰਾਂ ਵਿੱਚੋਂ ਇੱਕ ਤੋਂ ਵਧੇਰੇ ਸਾਹਿਤਕਾਰਾਂ ਨੇ ਉਸ ਕਥਨ ਵਿਚਲੇ ਵਿਸ਼ੇ ਬਾਰੇ ਆਪਣੇ ਵਿਚਾਰ ਦਿੱਤੇ ਹੋਣ। ਅਜਿਹੇ ਵਿੱਚ ਦੋਸਤੋ ਤੁੱਕਾ ਵੀ ਕਦੇ-ਕਦੇ ਕੰਮ ਕਰਦਾ ਹੈ। ਉਪਰੋਕਤ ਕਥਨ ਕਿ ਭਾਰਤੀ ਭਾਸ਼ਾਵਾਂ ਦੇ ਸਾਹਿਤਾਂ ਦੇ ਇਤਿਹਾਸਕਾਰਾਂ ਲਈ ਪੱਛਮੀ ਸਾਹਿਤਕ ਇਤਿਹਾਸਾਂ ਨੂੰ ਮਾਡਲ ਦੇ ਤੌਰ 'ਤੇ ਅਪਣਾਉਣਾ ਬਹੁਤ ਲਾਭਦਾਇਕ ਨਹੀਂ ਹੋਵੇਗਾ, ਕਿਉਂਕਿ ਉਹਨਾਂ ਦੁਆਰਾ ਇਸ ਅਲੌਕਿਕ ਭਾਰਤੀ ਤੱਤ ਨੂੰ ਨਿਭਾਇਆ ਨਹੀਂ ਜਾ ਸਕਦਾ। ਇਹ ਕਥਨ ਅਤਰ ਸਿੰਘ ਦਾ ਹੈ। ਇਸ ਪ੍ਰਕਾਰ ਸਾਡਾ ਉੱਤਰ ਆਪਸ਼ਨ 3 ਹੈ। ਦੋਸਤੋ, ਇਸ ਪ੍ਰਸ਼ਨ ਅੰਦਰ ਸਾਹਿਤ ਦੇ ਸਰੂਪ, ਉਦੇਸ਼ ਅਤੇ ਪ੍ਰੇਰਕ ਬਾਰੇ ਪੁੱਛਿਆ ਗਿਆ ਹੈ। ਸਾਹਿਤ ਇੱਕ ਸੂਖਮ ਕਲਾ ਹੈ। ਦੋਸਤੋ, ਸਾਹਿਤਕਾਰ ਦੁਆਰਾ ਕਿਸੇ ਰਚਨਾ ਦਾ ਉਦੇਸ਼ ਸੁਹਜ ਸੁਆਦ ਦੀ ਪ੍ਰਾਪਤੀ ਹੁੰਦਾ ਹੈ ਅਤੇ ਸਾਹਿਤਕ ਰਚਨਾ ਪਾਠਕ ਨੂੰ ਚੰਗੇਰੇ ਜੀਵਨ ਲਈ ਪ੍ਰੇਰਨਾ ਦਿੰਦੀ ਹੈ। ਇਸ ਪ੍ਰਕਾਰ ਸਾਡਾ ਸਹੀ ਉੱਤਰ ਆਪਸ਼ਨ 2 ਹੈ। ਦੋਸਤੋ, ਇਸ ਪ੍ਰਸ਼ਨ ਦਾ ਸੰਬੰਧ ਨਾਟਕ ਵਿਧਾ ਨਾਲ ਹੈ। ਇਸ ਵਿੱਚ ਸਵਰਾਜਵੀਰ ਦੇ ਨਾਟਕਾਂ ਬਾਰੇ ਪੁੱਛਿਆ ਗਿਆ ਹੈ। ਦੋਸਤੋ, ਸਵਰਾਜਵੀਰ ਪੰਜਾਬੀ ਦਾ ਪ੍ਰਸਿੱਧ ਸਮਕਾਲੀ ਨਾਟਕਕਾਰ ਹੈ। ਉਸਨੇ ਧਰਮਗੁਰੂ, ਕ੍ਰਿਸ਼ਨ, ਮੇਦਨੀ, ਮੱਸਿਆ ਦੀ ਰਾਤ, ਸ਼ਾਇਰੀ ਅਤੇ ਅਗਨੀਕੁੰਡ ਆਦਿ ਵਰਗੇ ਨਾਟਕਾਂ ਦੀ ਰਚਨਾ ਕੀਤੀ ਹੈ। ਉਪਰੋਕਤ ਆਪਸ਼ਨਜ਼ ਵਿੱਚੋਂ 3 ਹੀ ਸਾਡਾ ਸਹੀ ਉੱਤਰ ਹੈ, ਜਦਕਿ ਬਾਕੀ ਆਪਸ਼ਨਜ਼ ਵਿੱਚ ਦਿੱਤੇ ਨਾਟਕਾਂ ਦੇ ਨਾਵਾਂ ਵਿੱਚੋਂ ਕੱਚਾ ਘੜਾ, ਸਾਹਾਂ ਥਾਣੀ, ਬੁਝਾਰਤ, ਚਾਬੀਆਂ ਨਾਟਕ ਸਵਰਾਜਵੀਰ ਨਾਲ ਸੰਬੰਧਿਤ ਨਹੀਂ ਹਨ। ਇਹ ਪ੍ਰਸ਼ਨ ਭਾਸ਼ਾ ਵਿਗਿਆਨ ਨਾਲ ਸੰਬੰਧਿਤ ਹੈ। ਦੋਸਤੋ, ਪੁੱਛਿਆ ਗਿਆ ਹੈ ਕਿ ਡਾਈਸਲੇਸੀਆ ਅਤੇ ਡਾਈਸਫੇਸੀਆ ਟਰਮਾਂ ਭਾਸ਼ਾ ਵਿਗਿਆਨ ਦੇ ਕਿਸ ਰੂਪ ਨਾਲ ਸੰਬੰਧਿਤ ਹਨ। ਭਾਸ਼ਾ ਵਿਗਿਆਨ ਦੇ ਕਈ ਰੂਪ ਹਨ। ਦੋਸਤੋ, ਇਹ ਟਰਮਾਂ ਦਾ ਸੰਬੰਧ
ਮਨੋਭਾਸ਼ਾ ਵਿਗਿਆਨ ਨਾਲ ਹੈ। ਇਸ ਪ੍ਰਕਾਰ ਸਾਡਾ ਸਹੀ ਉੱਤਰ ਆਪਸ਼ਨ 3 ਹੈ। ਦੋਸਤੋ, ਇਹ ਪ੍ਰਸ਼ਨ ਲੋਕਧਾਰਾ ਨਾਲ ਸੰਬੰਧਿਤ ਹੈ। ਇਸ ਵਿੱਚ ਵਿਆਹ ਦੀਆਂ ਰਸਮਾਂ ਸੰਬੰਧੀ ਪੁੱਛਿਆ ਗਿਆ ਹੈ। ਦੋਸਤੋ, ਇਸ ਪ੍ਰਸ਼ਨ ਦੇ ਹੱਲ ਲਈ ਕਰਨੈਲ ਸਿੰਘ ਥਿੰਦ, ਵਣਜਾਰਾ ਵੇਦੀ ਅਤੇ ਬਲਬੀਰ ਸਿੰਘ ਪੂਨੀ ਆਦਿ ਲੋਕਧਾਰਾ ਸ਼ਾਸਤਰੀਆਂ ਦੀਆਂ ਰਚਨਾਵਾਂ ਸਾਡੀ ਸਹਾਇਤਾ ਕਰਦੀਆਂ ਹਨ। ਦੱਸਣਾ ਹੈ ਕਿ ਵਿਆਹ ਦੇ ਸਮੇਂ ਕਿਹੜੀ ਰਸਮ ਪਹਿਲਾਂ ਕੀਤੀ ਜਾਂਦੀ ਹੈ ਅਤੇ ਕਿਹੜੀ ਬਾਅਦ। ਦੋਸਤੋ, ਪੰਜਾਬੀ ਜੀਵਨ ਅੰਦਰ ਵਿਆਹ ਖੁਸ਼ੀਆਂ ਭਰਪੂਰ ਪ੍ਰੋਗਰਾਮ ਹੈ। ਇਸ ਸਮੇਂ ਪੰਜਾਬੀ ਲੋਕ ਬਹੁਤ ਸਾਰੀਆਂ ਰਸਮਾਂ ਦੀ ਪਾਲਣਾ ਕਰਦੇ ਹਨ। ਇਹਨਾਂ ਵਿੱਚੋਂ ਸਹੀ ਕਰਮ, ਗੰਢ ਫੇਰਨਾ, ਬੱਕਲੀਆਂ ਵੰਡਣਾ ਅਤੇ ਮਾਹੀਏ ਪੈਣਾ ਹੈ। ਗੰਢ ਫੇਰਨਾ ਤੋਂ ਭਾਵ ਹੈ ਕਿ ਪਿੰਡ ਅਤੇ ਰਿਸ਼ਤੇਦਾਰੀਆਂ ਵਿੱਚ ਜੋ ਨਾਈ ਕਾਰਡ ਵੰਡਦਾ ਹੈ ਅਤੇ ਵਿਆਹ ਲਈ ਸੱਦਾ ਪੱਤਰ ਦਿੰਦਾ ਹੈ। ਬੱਕਲੀਆਂ ਵੰਡਣਾ ਪਿੰਡ ਵਿੱਚ ਮਿਠਾਈ ਆਦਿ ਦੀ ਭਾਜੀ ਵੰਡਣਾ ਹੈ। ਮਾਹੀਏ ਪੈਣਾ ਤੋਂ ਭਾਵ ਹੈ ਕਿ ਵਿਆਹ ਤੋਂ 3-4 ਦਿਨ ਪਹਿਲਾਂ ਲਾੜਾ ਲਾੜੀ ਨੂੰ ਬਾਹਰ ਜਾਣ ਦੀ ਮੁਕੰਮਲ ਮਨਾਹੀ ਹੈ, ਤਾਂ ਜੋ ਕਿਤੇ ਕੋਈ ਅਣਹੋਣੀ ਇਸ ਖੁਸ਼ੀ ਭਰੇ ਮੌਕੇ ਨੂੰ ਖਰਾਬ ਨਾ ਕਰ ਦੇਵੇ। ਇਸ ਪ੍ਰਕਾਰ ਸਾਡਾ ਸਹੀ ਉੱਤਰ ਆਪਸ਼ਨ 1 ਹੈ। ਦੋਸਤੋ, ਅਗਲਾ ਪ੍ਰਸ਼ਨ ਹੈ ਕਿ ਲੰਬੀਆਂ ਬਿਰਤਾਂਤਕ ਕਵਿਤਾਵਾਂ ਦੇ ਕਵੀਆਂ ਦਾ ਸਹੀ ਵਰਗ ਕਿਹੜਾ ਹੈ। ਦੋਸਤੋ, ਲੰਬੀਆਂ ਬਿਰਤਾਂਤਕ ਕਵਿਤਾਵਾਂ ਤੋਂ ਭਾਵ ਉਸ ਕਵਿਤਾ ਤੋਂ ਹੈ ਜਿਸ ਦੇ ਵਿਸ਼ਾ ਵਸਤੂ ਦਾ ਬਿਰਤਾਂਤ ਲੰਮੇਰੇ ਸਮਾਂ ਕਾਲ ਵਿੱਚ ਫੈਲਿਆ ਹੋਵੇ। ਲੰਮੀ ਬਿਰਤਾਂਤਕ ਕਵਿਤਾ ਅਤੇ ਮਹਾਂਕਾਵਿ ਇੱਕੋ ਤਰ੍ਹਾਂ ਦੀਆਂ ਬਣ ਗਈਆਂ ਹਨ। ਪੰਜਾਬੀ ਸਾਹਿਤ ਅੰਦਰ ਬਹੁਤ ਸਾਰੇ ਕਵੀਆਂ ਨੇ ਲੰਬੀਆਂ ਬਿਰਤਾਂਤਕ ਕਵਿਤਾਵਾਂ ਰਚੀਆਂ ਹਨ। ਇਹਨਾਂ ਵਿੱਚ ਡਾਕਟਰ ਹਰਭਜਨ ਸਿੰਘ, ਮੋਹਨਜੀਤ, ਇਕਬਾਲ ਰਾਮੂਵਾਲੀਆ, ਅਜੈਬ ਕਮਲ ਆਦਿ ਪ੍ਰਮੁੱਖ ਕਵੀ ਹਨ ਜਿਨ੍ਹਾਂ ਨੇ ਲੰਬੀਆਂ ਬਿਰਤਾਂਤਕ ਕਵਿਤਾਵਾਂ ਲਿਖੀਆਂ ਹਨ। ਇਸ ਪ੍ਰਕਾਰ ਸਾਡਾ ਸਹੀ ਉੱਤਰ ਆਪਸ਼ਨ 2 ਹੈ। ਦੋਸਤੋ, ਅਗਲਾ ਪ੍ਰਸ਼ਨ ਹੈ ਕਿ ਸੱਭਿਆਚਾਰਕ ਪਰਿਵਰਤਨ ਦੀਆਂ ਵਿਕਾਸਮਈ ਪ੍ਰਕਿਰਿਆਵਾਂ ਕਿਹੜੀਆਂ ਹਨ। ਦੋਸਤੋ, ਇਸ ਪ੍ਰਸ਼ਨ ਦੇ ਹੱਲ ਲਈ ਸਾਡੇ ਸੱਭਿਆਚਾਰ ਵਿਗਿਆਨੀ ਡਾਕਟਰ ਗੁਰਬਖਸ਼ ਸਿੰਘ ਫਰੈਂਕ ਦੀ ਕਿਤਾਬ ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ ਸਾਡੀ ਸਹਾਇਤਾ ਕਰੇਗੀ। ਦੋਸਤੋ, ਸੱਭਿਆਚਾਰਕ ਪਰਿਵਰਤਨ ਤੋਂ ਭਾਵ ਕਿਸੇ ਸੱਭਿਆਚਾਰ ਅੰਦਰ ਆਉਣ ਵਾਲੇ ਪਰਿਵਰਤਨ ਤੋਂ ਹੈ। ਇਹ ਪਰਿਵਰਤਨ ਸੱਭਿਆਚਾਰਕ ਖਿੰਡਾਓ ਭਾਵ ਕਿਸੇ ਇੱਕ ਸੱਭਿਆਚਾਰ ਦੇ ਲੋਕਾਂ ਦਾ ਅਲੱਗ-ਅਲੱਗ ਥਾਵਾਂ 'ਤੇ ਜਾ ਵਸਣਾ, ਸੱਭਿਆਚਾਰਕ ਹਮਲਾ ਭਾਵ ਕਿਸੇ ਇੱਕ ਸੱਭਿਆਚਾਰ ਦਾ ਦੂਸਰੇ ਸੱਭਿਆਚਾਰ ਉੱਪਰ ਹਾਵੀ ਹੋ ਜਾਣਾ, ਜਿਵੇਂ ਕਿ ਅਜੋਕੇ ਸਮੇਂ ਵਿੱਚ ਅਸੀਂ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਆਉਂਦੇ ਜਾ ਰਹੇ ਹਾਂ, ਅਤੇ ਸੱਭਿਆਚਾਰੀਕਰਨ ਦੋ ਸੱਭਿਆਚਾਰਾਂ ਦੇ ਆਪਸੀ ਸੁਮੇਲ ਤੋਂ ਉਪਜਦਾ ਹੈ, ਜਿਵੇਂ ਕਿ ਮੁਗਲਾਂ ਅਤੇ ਅੰਗਰੇਜ਼ਾਂ ਦੇ ਆਉਣ ਨਾਲ ਭਾਰਤੀ ਸੱਭਿਆਚਾਰ ਅਤੇ ਉਹਨਾਂ ਦੇ ਸੱਭਿਆਚਾਰ ਦਾ ਆਪਸੀ ਸੁਮੇਲ ਹੋ ਗਿਆ ਸੀ। ਇਸ ਪ੍ਰਕਾਰ ਸਾਡਾ ਸਹੀ ਉੱਤਰ A, C ਅਤੇ D ਨੂੰ ਦਰਸਾਉਂਦਾ ਆਪਸ਼ਨ 2 ਹੈ। ਦੋਸਤੋ, ਅਗਲਾ ਪ੍ਰਸ਼ਨ ਹੈ ਕਿ ਹਾਈਬ੍ਰਿਡੀ ਦੇ ਸੰਕਲਪ ਨਾਲ ਸੰਬੰਧਿਤ ਵਿਦਵਾਨ ਕਿਹੜਾ ਹੈ। ਦੋਸਤੋ, ਇਹ ਸੰਕਲਪ ਸਾਡੇ ਪ੍ਰਸਿੱਧ ਵਿਗਿਆਨੀ ਹੋਮੀ ਭਾਭਾ ਨੇ ਦਿੱਤਾ ਸੀ। ਉਸਨੇ ਇਹ ਸੰਕਲਪ ਮਿਖਾਇਲ ਬਾਖਤਿਨ ਤੋਂ ਪ੍ਰਭਾਵਿਤ ਹੋ ਕੇ ਦਿੱਤਾ ਸੀ। ਹਾਈਬ੍ਰਿਡੀ ਕਵਿਤਾ ਅਤੇ ਗਲਪ ਵਿੱਚ ਭੇਦ ਦਰਸਾਉਂਦਾ ਹੈ। ਕਵਿਤਾ ਅੰਦਰ ਕਵੀ ਦੀ ਆਵਾਜ਼ ਹੁੰਦੀ ਹੈ, ਜਦ ਕਿ ਗਲਪ ਅੰਦਰ ਰਚਨਾਕਾਰ ਪਾਤਰਾਂ ਦੀ ਆਵਾਜ਼ ਰਾਹੀਂ ਗੱਲ ਕਰਦਾ ਹੈ। ਇਸ ਨੂੰ ਹਾਈਬ੍ਰਿਡਿਕ ਕਹਿੰਦੇ ਹਨ। ਇਸ ਪ੍ਰਕਾਰ ਸਾਡਾ ਸਹੀ ਉੱਤਰ 1 ਹੈ। ਦੋਸਤੋ, ਇਸ ਪ੍ਰਸ਼ਨ ਅੰਦਰ ਕਥਨ ਲਿਖ ਕੇ ਉਸਦੇ ਰਚਨਾਕਾਰ ਦਾ ਨਾਮ ਪੁੱਛਿਆ ਗਿਆ ਹੈ। ਦੋਸਤੋ, ਇਹ ਪ੍ਰਸ਼ਨ ਕਾਫੀ ਮੁਸ਼ਕਲ ਹੁੰਦੇ ਹਨ, ਕਿਉਂਕਿ ਸਿਰਫ ਇੱਕ ਲਾਈਨ ਦੇਖ ਕੇ ਉਸਦੇ ਰਚਨਾਕਾਰ ਬਾਰੇ ਦੱਸਣਾ ਕਾਫੀ ਔਖਾ ਕੰਮ ਹੈ। ਇਹ ਕੰਮ ਹੋਰ ਵੀ ਔਖਾ ਹੋ ਜਾਂਦਾ ਹੈ ਜਦੋਂ ਆਪਸ਼ਨ ਵਿਚਲੇ ਸਾਹਿਤਕਾਰਾਂ ਵਿੱਚੋਂ ਇੱਕ ਤੋਂ ਵਧੇਰੇ ਸਾਹਿਤਕਾਰਾਂ ਨੇ ਉਸ ਕਥਨ ਵਿਚਲੇ ਵਿਸ਼ੇ ਬਾਰੇ ਆਪਣੇ ਵਿਚਾਰ ਦਿੱਤੇ ਹੋਣ। ਦੋਸਤੋ, ਅਜਿਹੇ ਵਿੱਚ ਤੁੱਕਾ ਵੀ ਕਦੇ-ਕਦੇ ਕੰਮ ਕਰਦਾ ਹੈ। ਦੋਸਤੋ, ਉਪਰੋਕਤ ਕਥਨ ਕਹਾਣੀ ਸੰਸਾਰਿਕ ਅਨੁਭਵਾਂ ਦੀ ਵਿਵਿਧਤਾ ਅਤੇ ਜਟਿਲਤਾ ਦਾ ਬੋਧ ਕਰਵਾਉਂਦੀ ਹੈ। ਸਾਖੀ ਨਾਮ ਦੀ ਏਕਤਾ ਗੁਰੂ ਦੀ ਕਿਰਪਾ ਦੀ ਉਚਿਤਤਾ ਦਰਸਾਉਂਦੀ ਹੈ। ਕਹਾਣੀ ਚਰਿੱਤਰਾਂ ਦੀ ਵਿਵਹਾਰਿਕਤਾ ਦੇ ਲੱਛਣ ਅਤੇ ਵਿਭਿੰਨਤਾ ਚਮਕਾਉਂਦੀ ਹੈ। ਸਾਖੀ ਸਾਧ ਮਨ ਦੀ ਦ੍ਰਿੜਤਾ, ਨਾਮਨਸਤਤਾ, ਧਾਰਮਿਕ ਮਾਰਗ ਵਿੱਚ ਚੱਲਣ ਦਾ ਭਰੋਸਾ ਜਗਾਉਂਦੀ ਹੈ। ਇਹ ਕਥਨ
ਡਾਕਟਰ ਹਰਭਜਨ ਸਿੰਘ ਦਾ ਹੈ। ਇਸ ਪ੍ਰਕਾਰ ਸਾਡਾ ਉੱਤਰ ਆਪਸ਼ਨ 3 ਹੈ। ਦੋਸਤੋ ਇਹ ਪ੍ਰਸ਼ਨ ਸੂਚੀ ਵਾਲਾ ਹੈ। ਇਸ ਵਿੱਚ ਇੱਕ ਪਾਸੇ ਵਿਦਵਾਨਾਂ ਦੇ ਨਾਮ ਦਿੱਤੇ ਗਏ ਹਨ ਅਤੇ ਦੂਸਰੇ ਪਾਸੇ ਉਹਨਾਂ ਦੀਆਂ ਰਚਨਾਵਾਂ ਦੇ ਨਾਮ ਦਿੱਤੇ ਗਏ ਹਨ। ਅਸੀਂ ਰਚਨਾਕਾਰ ਦਾ ਉਸ ਦੀ ਰਚਨਾ ਨਾਲ ਸਹੀ ਮਿਲਾਨ ਕਰਨਾ ਹੈ। ਦੋਸਤੋ ਰੰਗਮੰਚ ਬਲਵੰਤ ਗਾਰਗੀ ਦੀ ਮਹੱਤਵਪੂਰਨ ਰਚਨਾ ਹੈ। ਇਸ ਰਚਨਾ ਲਈ ਉਸਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ ਸੀ। ਗੁਰਦਿਆਲ ਸਿੰਘ ਫੁੱਲ ਦੀ ਰਚਨਾ ਪੰਜਾਬੀ ਨਾਟਕ ਸਰੂਪ ਸਿਧਾਂਤ ਤੇ ਵਿਕਾਸ ਹੈ। ਨਾਟਕ ਕਲਾ ਸੁਰਜੀਤ ਸਿੰਘ ਸੇਠੀ ਦੀ ਨਾਟਕ ਬਿਰਚੀ ਮਹੱਤਵਪੂਰਨ ਕਿਤਾਬ ਹੈ। ਨਾਟਕ ਕਲਾ ਅਤੇ ਹੋਰ ਲੇਖ ਹਰਚਰਨ ਸਿੰਘ ਦੀ ਰਚਨਾ ਹੈ। ਇਸ ਪ੍ਰਕਾਰ ਇਹਨਾਂ ਸਭ ਨੂੰ ਸਹੀ ਦਰਸਾਉਂਦਾ ਸਾਡਾ ਉੱਤਰ ਆਪਸ਼ਨ 3 ਹੈ। ਅਗਲਾ ਪ੍ਰਸ਼ਨ ਹੈ ਕਿ ਜਪਜੀ ਸਾਹਿਬ ਦੇ ਮੁੱਖ ਵਿਸ਼ੇਗਤ ਸਰੋਕਾਰ ਕਿਹੜੇ ਹਨ। ਦੋਸਤੋ ਜਪਜੀ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਮਹਾਨ ਰਚਨਾ ਹੈ। ਸਿੱਖ ਧਰਮ ਅੰਦਰ ਇਸ ਬਾਣੀ ਨੂੰ ਬਹੁਤ ਸਤਿਕਾਰਤ ਸਥਾਨ ਪ੍ਰਾਪਤ ਹੈ। ਇਸ ਵਿੱਚ ਗੁਰੂ ਜੀ ਨੇ ਦਾਰਸ਼ਨਿਕ ਚਿੰਤਨ, ਵਿਸਮਾਦ ਬੋਧ ਅਤੇ ਨੈਤਿਕ ਚੇਤਨਾ ਆਦਿ ਵਰਗੇ ਸਰੋਕਾਰਾਂ ਨੂੰ ਇਸ ਦਾ ਵਿਸ਼ਾ ਬਣਾਇਆ ਹੈ। ਇਸ ਪ੍ਰਕਾਰ ਸਾਡਾ ਸਹੀ ਉੱਤਰ ਆਪਸ਼ਨ 3 ਹੈ। ਦੋਸਤੋ ਇਹ ਪ੍ਰਸ਼ਨ ਕਥਨ ਤੇ ਕਾਰਨ ਵਾਲਾ ਹੈ। ਕਥਨ ਹੈ ਕਿ ਪੱਛਮੀ ਸਾਹਿਤ ਚਿੰਤਨ ਸਿਰਫ ਕਾਲਖੰਡ ਦੇ ਲਿਹਾਜ਼ ਨਾਲ ਹੀ ਨਹੀਂ, ਸਗੋਂ ਸਿਧਾਂਤਕ ਅਤੇ ਵਿਚਾਰਧਾਰਕ ਵੰਨ ਸਵੰਨਗੀ ਦੇ ਲਿਹਾਜ਼ ਨਾਲ ਵੀ ਦੀਰਘ ਅਤੇ ਸਮਰਿੱਧ ਪਰੰਪਰਾ ਦੇ ਰੂਪ ਵਿੱਚ ਵਿਕਸਿਤ ਹੋਇਆ ਹੈ। ਦੋਸਤੋ ਇਹ ਬਿਲਕੁਲ ਸਹੀ ਹੈ ਕਿ ਪੱਛਮੀ ਸਾਹਿਤ ਚਿੰਤਨ ਕਾਲਖੰਡ, ਸਿਧਾਂਤਕ ਅਤੇ ਵਿਚਾਰਧਾਰਕ ਹਰੇਕ ਤੌਰ 'ਤੇ ਦੀਰਘ ਅਤੇ ਸਮਰਿੱਧ ਪਰੰਪਰਾ ਦੇ ਰੂਪ ਵਿੱਚ ਵਿਕਸਿਤ ਹੋਇਆ। ਉਸ ਦਾ ਕਾਰਨ ਦਿੱਤਾ ਗਿਆ ਹੈ ਕਿਉਂਕਿ ਪੱਛਮੀ ਮੁਲਕਾਂ ਦੇ ਵਿਕਾਸ ਅਤੇ ਸ਼ਕਤੀਸ਼ਾਲੀ ਉਭਾਰ ਨੇ ਉਹਨਾਂ ਦੇ ਵਿਦਵਾਨਾਂ ਨੂੰ ਗਿਆਨ ਦੇ ਸਿਰਜਣ ਅਤੇ ਪ੍ਰਚਲਨ ਦੇ ਵਿਸ਼ੇਸ਼ ਮੌਕੇ ਪ੍ਰਦਾਨ ਕੀਤੇ। ਇਹ ਵੀ ਬਿਲਕੁਲ ਠੀਕ ਹੈ ਕਿਉਂਕਿ ਪੱਛਮੀ ਮੁਲਕਾਂ ਦੇ ਤੇਜ਼ੀ ਨਾਲ ਹੋਏ ਵਿਕਾਸ ਨੇ ਉਹਨਾਂ ਦੇ ਵਿਦਵਾਨਾਂ ਨੂੰ ਗਿਆਨ ਦੇ ਸਿਰਜਣ ਅਤੇ ਪ੍ਰਚਲਨ ਲਈ ਬਹੁਤ ਸਾਰੇ ਸਾਧਨ ਅਤੇ ਮੌਕੇ ਪ੍ਰਦਾਨ ਕੀਤੇ ਹਨ। ਇਸ ਪ੍ਰਕਾਰ ਸਾਡਾ ਸਹੀ ਉੱਤਰ ਆਪਸ਼ਨ 4 ਹੈ, ਭਾਵ ਏ ਅਤੇ ਆਰ ਦੋਵੇਂ ਸਹੀ ਹਨ। ਦੋਸਤੋ ਅਗਲਾ ਪ੍ਰਸ਼ਨ ਹੈ ਕਿ ਚੰਡੀ ਦੀ ਵਾਰ ਦੀ ਕਥਾ ਵਸਤੂ ਦਾ ਸਰੋਤ ਕੀ ਹੈ। ਦੋਸਤੋ ਚੰਡੀ ਦੀ ਵਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹੱਤਵਪੂਰਨ ਰਚਨਾ ਹੈ। ਇਸ ਵਿੱਚ ਗੁਰੂ ਜੀ ਨੇ ਦੇਵਤਿਆਂ ਅਤੇ ਦੈਂਤਾਂ ਵਿਚਲੇ ਯੁੱਧ ਦਾ ਵਰਣਨ ਕੀਤਾ ਹੈ ਕਿ ਕਿਸ ਤਰ੍ਹਾਂ ਮਾਂ ਦੁਰਗਾ ਨੇ ਦੈਂਤਾਂ ਨੂੰ ਮਾਰ ਕੇ ਦੇਵਤਿਆਂ ਨੂੰ ਜਿੱਤ ਦਿਵਾਈ। ਦੋਸਤੋ ਇਸ ਕਹਾਣੀ ਦਾ ਕਥਾ ਵਸਤੂ ਮਾਰਕੰਡੇ ਪੁਰਾਣ ਵਿੱਚ ਸਥਿਤ ਹੈ। ਇਸ ਪ੍ਰਕਾਰ ਚੰਡੀ ਦੀ ਵਾਰ ਦੀ ਕਥਾ ਵਸਤੂ ਦਾ ਸਰੋਤ ਮਾਰਕੰਡੇ ਪੁਰਾਣ ਹੈ। ਇਸ ਤਰ੍ਹਾਂ ਸਾਡਾ ਸਹੀ ਉੱਤਰ ਆਪਸ਼ਨ 2 ਹੈ। ਦੋਸਤੋ ਇਸ ਪ੍ਰਸ਼ਨ ਅੰਦਰ ਇੱਕ ਜੰਗਨਾਮੇ ਵਿੱਚੋਂ ਕੁਝ ਸਤਰਾਂ ਦਿੱਤੀਆਂ ਗਈਆਂ ਹਨ। ਅਸੀਂ ਦੱਸਣਾ ਹੈ ਕਿ ਇਹ ਸਤਰਾਂ ਕਿਸ ਜੰਗਨਾਮੇ ਦਾ ਹਿੱਸਾ ਹਨ। ਅਜਿਹੇ ਪ੍ਰਕਾਰ ਦੇ ਪ੍ਰਸ਼ਨਾਂ ਦੇ ਹੱਲ ਲਈ ਇੱਕੋ ਇੱਕ ਤਰੀਕਾ ਰਚਨਾ ਦਾ ਛੰਦ ਪ੍ਰਬੰਧ, ਸ਼ਬਦ ਰਚਨਾ ਅਤੇ ਰਚਨਾਕਾਰ ਦਾ ਲਿਖਣ ਢੰਗ ਹੁੰਦਾ ਹੈ। ਉਪਰੋਕਤ ਸਤਰਾਂ ਕਿ ਪਿੱਛੇ ਇੱਕ ਸਰਕਾਰ ਦੇ ਖੇਡ ਚੱਲੀ, ਪਈ ਨਿੱਤ ਹੁੰਦੀ ਮਾਰੋ ਮਾਰ ਮੀਆਂ, ਸਿੰਘਾਂ ਮਾਰ ਸਰਦਾਰਾਂ ਦਾ ਨਾਮ ਕੀਤਾ, ਸਭੋ ਕਤਲ ਹੋਏ ਬਾਰੋ ਬਾਰ ਮੀਆਂ ਵਿੱਚੋਂ ਪਤਾ ਲੱਗਦਾ ਹੈ ਕਿ ਇਹ ਲੜਾਈ ਸਰਕਾਰ ਤੋਂ ਪਿੱਛੋਂ ਭਾਵ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਹੋਈ। ਇਸ ਵਿੱਚ ਸਿੰਘਾਂ ਨੇ ਬਹਾਦਰੀ ਨਾਲ ਲੜ ਕੇ ਸਰਦਾਰਾਂ ਦਾ ਨਾਮ ਰੋਸ਼ਨ ਕੀਤਾ। ਇਸ ਤਰ੍ਹਾਂ ਦੀ ਲੜਾਈ ਦਾ ਜ਼ਿਕਰ ਅਤੇ ਇਸ ਤਰ੍ਹਾਂ ਦੀ ਲੇਖਣ ਸ਼ੈਲੀ ਸ਼ਾਹ ਮੁਹੰਮਦ ਦੇ ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ ਵਿੱਚ ਵਰਤੀ ਗਈ ਹੈ। ਇਸ ਪ੍ਰਕਾਰ ਸਾਡਾ ਸਹੀ ਉੱਤਰ ਆਪਸ਼ਨ 4 ਹੈ। ਦੋਸਤੋ ਇਹ ਪ੍ਰਸ਼ਨ ਪੰਜਾਬੀ ਵਾਰਤਕ ਸਾਹਿਤ ਨਾਲ ਸੰਬੰਧਿਤ ਹੈ। ਇਸ ਵਿੱਚ ਅਸੀਂ ਵਾਰਤਕ ਰਚਨਾ ਅਤੇ ਉਸਦੇ ਸਹੀ ਰਚਨਾਕਾਰ ਵਾਲਾ ਜੁੱਟ ਪਛਾਣਨਾ ਹੈ। ਦੋਸਤੋ ਪੰਜਾਬੀ ਦੇ ਕਵੀਆਂ ਨੇ ਵੀ ਵੱਖ-ਵੱਖ ਸਮੇਂ ਵਾਰਤਕ ਰਚਨਾਵਾਂ ਨਾਲ ਭਰਪੂਰ ਕਿਤਾਬਾਂ ਲਿਖੀਆਂ ਹਨ। ਸੂਰਜ ਮੰਦਰ ਦੀਆਂ ਪੌੜੀਆਂ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਦੀ ਪ੍ਰਮੁੱਖ ਵਾਰਤਕ ਰਚਨਾ ਹੈ। ਇਸ ਪ੍ਰਕਾਰ ਸਾਡਾ ਲੋੜੀਂਦਾ ਉੱਤਰ ਆਪਸ਼ਨ 2 ਹੈ। ਦੋਸਤੋ ਇਹ ਪ੍ਰਸ਼ਨ
ਕਿੱਸਾ ਸਾਹਿਤ ਨਾਲ ਸੰਬੰਧਿਤ ਹੈ। ਪ੍ਰਸ਼ਨ ਹੈ ਕਿ ਪੰਜਾਬੀ ਵਿੱਚ ਸੱਸੀ ਪੁੰਨੂ ਦੇ ਕਿੱਸਿਆਂ ਨਾਲ ਸੰਬੰਧਿਤ ਕਿੱਸਾਕਾਰ ਕਿਹੜੇ-ਕਿਹੜੇ ਹਨ। ਪੰਜਾਬੀ ਅੰਦਰ ਸੱਸੀ ਪੁੰਨੂ ਦਾ ਕਿੱਸਾ ਬਹੁਤ ਸਾਰੇ ਕਿੱਸਾਕਾਰਾਂ ਨੇ ਲਿਖਿਆ ਹੈ। ਉਪਰੋਕਤ ਦਿੱਤੇ ਆਪਸ਼ਨਜ਼ ਵਿੱਚੋਂ ਆੜਤ ਤੇ ਬਿਹਬਲ, ਸੁੰਦਰ ਦਾਸ ਆਰਾਮ ਤੇ ਹਾਸ਼ਮ ਨੇ ਸੱਸੀ ਪੁੰਨੂ ਦੀ ਕਹਾਣੀ ਨਾਲ ਸੰਬੰਧਿਤ ਕਿੱਸਾ ਲਿਖਿਆ ਹੈ। ਦੋਸਤੋ, ਹਾਸ਼ਮ ਦਾ ਸੱਸੀ ਕਿੱਸਾ ਬਹੁਤ ਹੀ ਜ਼ਿਆਦਾ ਪ੍ਰਸਿੱਧ ਅਤੇ ਮਹੱਤਵਪੂਰਨ ਹੈ। ਇਸ ਪ੍ਰਕਾਰ ਸਾਡਾ ਸਹੀ ਉੱਤਰ ਏ ਅਤੇ ਡੀ ਨੂੰ ਦਰਸਾਉਂਦਾ ਆਪਸ਼ਨ 1 ਹੈ। ਦੋਸਤੋ, ਅਗਲਾ ਪ੍ਰਸ਼ਨ ਹੈ ਕਿ ਸੰਰਚਨਾਵਾਦੀ ਚਿੰਤਕਾਂ ਦਾ ਸਹੀ ਵਰਗ ਕਿਹੜਾ ਹੈ। ਦੋਸਤੋ, ਇਸ ਵਿੱਚ ਸੰਰਚਨਾਵਾਦੀ ਵਿਚਾਰਧਾਰਾ ਨਾਲ ਸੰਬੰਧਿਤ ਪੱਛਮੀ ਚਿੰਤਕਾਂ ਦਾ ਸਹੀ ਜੁੱਟ ਪਛਾਣਨਾ ਹੈ। ਜੋਨਾਥਨ ਕੂਲਰ, ਰੋਬਰਟ ਸੋਲਜ਼ ਤੇ ਤੋਦੋਰੋਵ ਪੱਛਮੀ ਚਿੰਤਕਾਂ ਵਾਲਾ ਜੁੱਟ ਹੀ ਸੰਰਚਨਾਵਾਦੀ ਚਿੰਤਕਾਂ ਨੂੰ ਦਰਸਾਉਂਦਾ ਹੈ, ਜਦ ਕਿ ਬਾਕੀ ਆਪਸ਼ਨਜ਼ ਅੰਦਰ ਕਈ ਚਿੰਤਕ ਸੰਰਚਨਾਵਾਦ ਨਾਲ ਸੰਬੰਧਿਤ ਨਹੀਂ ਹਨ। ਇਸ ਪ੍ਰਕਾਰ ਸਾਡਾ ਸਹੀ ਉੱਤਰ ਆਪਸ਼ਨ 3 ਹੈ। ਦੋਸਤੋ, ਇਹ ਪ੍ਰਸ਼ਨ ਲੋਕਧਾਰਾ ਨਾਲ ਸੰਬੰਧਿਤ ਹੈ। ਇੱਥੇ ਲੋਕ ਗੀਤ ਦੀਆਂ ਕੁਝ ਪੰਗਤੀਆਂ ਦੇ ਕੇ ਪੁੱਛਿਆ ਗਿਆ ਹੈ ਕਿ ਇਹ ਕਿਸ ਕਾਵਿ ਰੂਪ ਨਾਲ ਸੰਬੰਧਿਤ ਹੈ। ਦੋਸਤੋ, ਪੰਗਤੀਆਂ ਹਨ ਕਿ ਬੁੱਢੜਾ ਤਾਂ ਬਹਿੰਦਾ ਕੁਰਸੀ ਢਾਹ, ਹਾਏ ਨੀ ਬੁੱਢੜਾ ਮਰ ਗਿਆ, ਬੁੱਢੜੀ ਰੰਡੀ ਕਰ ਗਿਆ, ਬੁੱਢੜਾ ਤਾਂ ਪੀਂਦਾ ਲਿਪਟਨ ਦੀ ਚਾਹ, ਹਾਏ ਨੀ ਬੁੱਢੜਾ ਮਰ ਗਿਆ, ਮਾਸੀ ਰੰਡੀ ਕਰ ਗਿਆ। ਦੋਸਤੋ, ਇਸ ਨੂੰ ਪੜ੍ਹਨ 'ਤੇ ਪਤਾ ਲੱਗਦਾ ਹੈ ਕਿ ਇਹ ਪੰਗਤੀਆਂ ਮੌਤ ਨਾਲ ਸੰਬੰਧਿਤ ਹਨ। ਇਸ ਕਰਕੇ ਬੋਲੀ, ਜੋ ਕਿ ਖੁਸ਼ੀ ਵਿੱਚ ਗਾਇਆ ਜਾਣ ਵਾਲਾ ਕਾਵਿ ਰੂਪ ਹੈ, ਅਤੇ ਹੇਰਾ, ਜੋ ਹੇਹਾ ਸ਼ਬਦ ਨੂੰ ਪ੍ਰਗਟਾਉਂਦਾ ਹੈ, ਭਾਵ ਕਾਮਰੂਪੀ ਸਥਿਤੀ ਨੂੰ ਪੇਸ਼ ਕਰਦਾ ਕਾਵਿ ਰੂਪ ਹੈ, ਜਿਵੇਂ ਕਿ ਜੀਜਾ ਸਾਲੀ ਦੀਆਂ ਟਿਚਰਾਂ ਆਦਿ, ਇਸ ਦੇ ਉੱਤਰ ਹੋ ਹੀ ਨਹੀਂ ਸਕਦੇ। ਬਾਕੀ ਬਚੇ ਦੋ ਆਪਸ਼ਨ ਕੀਰਨਾ ਅਤੇ ਅਲਾਹੁਣੀ ਦੋਵੇਂ ਮੌਤ ਦੇ ਸਮੇਂ ਨਾਲ ਸੰਬੰਧਿਤ ਹਨ। ਦੋਸਤੋ, ਕੀਰਨੇ ਕਿਸੇ ਦੀ ਮੌਤ ਤੋਂ ਬਾਅਦ ਵਿਅਕਤੀਗਤ ਪੱਧਰ 'ਤੇ ਗਾਇਆ ਜਾਣ ਵਾਲਾ ਕਾਵਿ ਰੂਪ ਹੈ, ਜਦ ਕਿ ਅਲਾਹੁਣੀ ਕਿਸੇ ਦੀ ਮੌਤ ਉੱਪਰ ਸਮੂਹਕ ਰੂਪ ਵਿੱਚ ਗਾਇਆ ਜਾਣ ਵਾਲਾ ਕਾਵਿ ਰੂਪ ਹੈ। ਇਸ ਪ੍ਰਕਾਰ ਉਪਰੋਕਤ ਸਤਰਾਂ ਜੋ ਸਮੂਹਕ ਗਾਣ ਵੱਲ ਸੰਕੇਤ ਕਰਦੀਆਂ ਹਨ, ਅਲਾਹੁਣੀ ਕਾਵਿ ਰੂਪ ਦਾ ਹਿੱਸਾ ਹਨ। ਇਸ ਪ੍ਰਕਾਰ ਸਾਡਾ ਸਹੀ ਉੱਤਰ ਆਪਸ਼ਨ 3 ਹੈ। ਦੋਸਤੋ, ਇਸ ਲੈਕਚਰ ਦੇ ਵਿੱਚ ਆਪਾਂ ਦਸੰਬਰ 2019 ਦੇ ਵਿੱਚ ਆਏ ਹੋਏ ਪੰਜਾਬੀ ਵਿਸ਼ੇ ਦੇ ਨੈੱਟ ਦੇ 20 ਪ੍ਰਸ਼ਨ ਹੱਲ ਕੀਤੇ ਹਨ। ਇਸ ਤੋਂ ਅਗਲੇ ਪ੍ਰਸ਼ਨ ਦੇ ਲਈ ਆਪਾਂ ਅਗਲੇ ਲੈਕਚਰ ਦੇ ਵਿੱਚ ਹੱਲ ਕਰਾਂਗੇ। ਉਮੀਦ ਹੈ ਤੁਹਾਨੂੰ ਹੁਣ ਤੱਕ ਸਮਝਾਏ ਹੋਏ 20 ਪ੍ਰਸ਼ਨ ਸਮਝ ਆਏ ਹੋਣਗੇ। ਧੰਨਵਾਦ।